प्यारे बच्चों, ਅੱਜ ਅਸੀਂ ਨਵਾਂ ਵਿਸ਼ਾ ਸ਼ੁਰੂ ਕਰਨ ਜਾ ਰਹੇ ਹਾਂ ਪੱਤਰ ਰਚਨਾ। ਪਰ ਤੁਸੀਂ ਇਹ ਤਸਵੀਰਾਂ ਦੇਖ ਕੇ ਹੈਰਾਨ ਹੋ ਰਹੇ ਹੋਵੋਗੇ ਕਿ ਪੱਤਰ ਰਚਨਾ ਦੇ ਨਾਲ ਇਹਨਾਂ ਦਾ ਕੀ ਸੰਬੰਧ। ਸੋ ਬੱਚਿਓ, ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਅੱਜ ਤੋਂ ਕਈ ਸਮਾਂ ਪਹਿਲਾਂ, ਕਈ ਸਾਲ ਪਹਿਲਾਂ ਜਿਹੜੇ ਸੁਨੇਹੇ ਭੇਜਣ ਦੇ ਸਾਧਨ ਨੇ ਉਹ ਅਲੱਗ-ਅਲੱਗ ਸਨ। ਜਿਵੇਂ ਬਹੁਤ ਪੁਰਾਣੇ ਸਮੇਂ ਦੇ ਵਿੱਚ ਕਬੂਤਰਾਂ ਦੇ ਰਾਹੀਂ ਲੋਕ ਸੁਨੇਹੇ ਜਿਹੜੇ ਨੇ ਇੱਕ ਥਾਂ ਤੋਂ ਦੂਸਰੀ ਥਾਂ ਤੱਕ ਪਹੁੰਚਾਉਂਦੇ ਹਨ। ਉਸ ਤੋਂ ਬਾਅਦ ਤਕਨੀਕੀ ਵਿਕਾਸ ਹੋਣ ਦੇ ਨਾਲ ਡਾਕਖਾਨੇ ਬਣ ਗਏ। ਇਹ ਡਾਕਖਾਨਾ ਹੈ, ਪੁਰਾਣਾ ਡਾਕਖਾਨਾ ਹੈ ਜਿਹੜਾ ਅੱਜ ਕੱਲ੍ਹ ਘੱਟ ਹੀ ਦੇਖਣ ਨੂੰ ਮਿਲਦਾ ਹੈ, ਪਰ ਅੱਜ ਕੱਲ੍ਹ ਵੀ ਇਸ ਦੀ ਵਰਤੋਂ ਹੁੰਦੀ ਹੈ। ਸੋ ਇਸ ਦੇ ਵਿੱਚ ਇਹ ਚਿੱਠੀ ਜਿਹੜੀ ਹੈ ਉਸ ਨੂੰ ਪਾ ਦਿੱਤਾ ਜਾਂਦਾ ਹੈ ਤੇ ਇਹ ਚਿੱਠੀ ਜਿਹੜੀ ਆ ਇੱਕ ਥਾਂ ਤੋਂ ਦੂਸਰੀ ਥਾਂ ਤੱਕ ਪਹੁੰਚ ਜਾਂਦੀ ਹੈ। ਸਮਾਂ ਬਦਲਿਆ ਤੇ ਉਸ ਤੋਂ ਬਾਅਦ ਇੰਟਰਨੈਟ ਦਾ ਯੁੱਗ ਆ ਗਿਆ, ਕੰਪਿਊਟਰ ਦਾ ਯੁੱਗ ਆ ਗਿਆ। ਅੱਜ ਅਸੀਂ ਇੰਟਰਨੈਟ ਦੇ ਰਾਹੀਂ, ਆਪਣੇ ਮੋਬਾਈਲ ਦੇ ਰਾਹੀਂ ਸੁਨੇਹੇ ਜਿਹੜੇ ਨੇ ਇੱਕ ਥਾਂ ਤੋਂ ਦੂਸਰੀ ਥਾਂ ਤੱਕ ਪਹੁੰਚਾਉਂਦੇ ਹਾਂ। ਪਰ ਬੇਟਾ, ਇਸ ਸਭ ਦੇ ਬਾਵਜੂਦ ਪੱਤਰ ਜਿਹੜੇ ਨੇ, ਪੱਤਰ ਦਾ ਜਿਹੜਾ ਢੰਗ ਹੈ ਔਰ ਪੱਤਰ ਦਾ ਰਿਵਾਜ ਜਿਹੜਾ ਹੈ ਉਹ ਅਜੇ ਵੀ ਚੱਲ ਰਿਹਾ ਹੈ। ਪੱਤਰ ਜਿਹੜੇ ਨੇ ਬੇਟਾ ਇਹ ਅੱਜ ਵੀ ਜ਼ਰੂਰੀ ਹਨ। ਸੋ ਅੱਜ ਮੈਂ ਤੁਹਾਨੂੰ ਦੱਸਾਂਗੀ ਕਿ ਪੱਤਰ ਕਿੰਨੀ ਤਰ੍ਹਾਂ ਦੇ ਹੁੰਦੇ ਹਨ। ਪੱਤਰ ਮੁੱਖ ਰੂਪ ਵਿੱਚ ਦੋ ਪ੍ਰਕਾਰ ਦੇ ਹੁੰਦੇ ਹਨ, ਇੱਕ ਰਸਮੀ ਤੇ ਇੱਕ ਗੈਰ ਰਸਮੀ। ਰਸਮੀ ਪੱਤਰ, ਇੰਗਲਿਸ਼ ਵਿੱਚ ਇਹਨਾਂ ਨੂੰ ਫਾਰਮਲ ਕਿਹਾ ਜਾਂਦਾ ਹੈ ਤੇ ਪੰਜਾਬੀ ਵਿੱਚ ਬਿਨੇ ਪੱਤਰ ਵੀ ਕਿਹਾ ਜਾਂਦਾ ਹੈ। ਰਸਮੀ ਦਾ ਮਤਲਬ ਜਿਹਦੇ 'ਚ ਅਸੀਂ ਫਾਰਮੈਲਿਟੀ ਸਾਨੂੰ ਕਰਨੀਆਂ ਪੈਂਦੀਆਂ ਨੇ, ਕੁਝ ਅਸੂਲਾਂ ਤੇ ਸਾਨੂੰ ਜਿਹੜਾ ਚੱਲ ਕੇ ਲਿਖਣਾ ਪੈਂਦਾ ਹੈ। ਸੋ ਇਹ ਪੱਤਰ ਜਿਹੜੇ ਨੇ ਇਹਨਾਂ ਦੀ ਵਰਤੋਂ ਸਕੂਲਾਂ, ਕਾਲਜਾਂ, ਦਫ਼ਤਰਾਂ ਤੇ ਵਪਾਰਕ ਅਦਾਰਿਆਂ ਵਿੱਚ ਹੁੰਦੀ ਹੈ। ਦੂਸਰੀ ਕਿਸਮ ਦੇ ਨੇ ਗੈਰ ਰਸਮੀ, ਜਿਨ੍ਹਾਂ ਨੂੰ ਨਿੱਜੀ ਪੱਤਰ ਵੀ ਕਿਹਾ ਜਾਂਦਾ ਹੈ। ਨਿੱਜੀ ਪੱਤਰ ਉਹ ਪੱਤਰ ਹੁੰਦੇ ਹਨ ਜਿਹੜੇ ਪਰਸਨਲ ਨੇ, ਇਨਫਾਰਮਲ, ਜਿਹੜੇ ਆਪਣੀ ਮਰਜ਼ੀ ਨਾਲ ਕਿਸੇ ਵੀ ਤਰੀਕੇ ਨਾਲ ਲਿਖੇ ਜਾ ਸਕਦੇ ਹਨ। ਆਪਣੇ ਦੋਸਤਾਂ, ਮਿੱਤਰਾਂ, ਰਿਸ਼ਤੇਦਾਰਾਂ, ਵਾਕਫਕਾਰਾਂ ਆਦਿ ਨੂੰ ਲਿਖੇ ਜਾਂਦੇ ਹਨ। ਆਪਣਾ ਜਿਹੜਾ ਨਿੱਜੀ ਤਜਰਬੇ, ਸੁੱਖ ਦੁੱਖ ਜਿਹੜੇ ਨੇ ਇਸ ਦੇ ਰਾਹੀਂ ਜਿਹੜੇ ਨੇ ਉਹ ਸਾਂਝੇ ਕੀਤੇ ਜਾਂਦੇ ਹਨ। ਇਹਨਾਂ ਦੋਨਾਂ ਰਸਮੀ ਤੇ ਗੈਰ ਰਸਮੀ ਦੇ ਵਿੱਚ ਇੱਕ ਜਿਹੜਾ ਮੁੱਖ ਅੰਤਰ ਹੈ ਉਹ ਇਹ ਹੈ ਕਿ ਰਸਮੀ ਪੱਤਰ ਜਿਹੜੇ ਉਹ ਸੰਖੇਪ ਦੇ ਵਿੱਚ ਜਿਹੜਾ ਵਿਸ਼ਾ ਹੈ ਉਸ ਨੂੰ ਬਿਆਨ ਕਰਦੇ ਨੇ, ਬਹੁਤ ਲੰਬੇ ਨਹੀਂ ਹੁੰਦੇ। ਪਰ ਗੈਰ ਰਸਮੀ ਪੱਤਰ ਦੇ ਵਿੱਚ ਅਸੀਂ ਆਪਣੀ ਮਰਜ਼ੀ ਦੇ ਨਾਲ ਕੁਝ ਵੀ ਲਿਖ ਸਕਦੇ ਹਾਂ, ਇੱਕ ਤੋਂ ਵੱਧ ਵਿਸ਼ਿਆਂ ਨੂੰ ਲਿਖ ਸਕਦੇ ਹਾਂ। ਹੁਣ ਆ ਗਿਆ ਪੱਤਰ ਲਿਖਣ ਦਾ ਢਾਂਚਾ। ਬੱਚਿਓ, ਕੋਈ ਵੀ ਚੀਜ਼ ਹੈ ਉਹ ਅਲੱਗ-ਅਲੱਗ ਭਾਗਾਂ ਦੇ ਵਿੱਚ ਵੰਡੀ ਹੁੰਦੀ ਹੈ। ਇਸੇ ਤਰ੍ਹਾਂ ਸਾਡਾ ਜਿਹੜਾ ਪੱਤਰ ਹੈ ਉਹ ਬੇਟਾ ਸਭ ਤੋਂ ਪਹਿਲਾਂ ਆਰੰਭਕ ਸ਼ਬਦਾਂ ਦੇ ਨਾਲ ਸ਼ੁਰੂ ਹੁੰਦਾ ਹੈ। ਆਰੰਭਕ ਮਤਲਬ ਸ਼ੁਰੂਆਤ। ਸੋ ਇਸ ਦੇ ਲਈ ਪਹਿਲਾਂ ਆਉਂਦੇ ਨੇ ਆਰੰਭਕ ਸ਼ਬਦ। ਆਰੰਭਕ ਮਤਲਬ ਜਿਵੇਂ ਅਸੀਂ ਪਤਾ ਲਿਖਣਾ ਹੈ ਤਾਂ ਕਿਸ ਦਾ ਲਿਖਣਾ ਹੈ। ਫਿਰ ਆਉਂਦੇ ਨੇ ਸੰਬੋਧਨੀ ਸ਼ਬਦ। ਸੰਬੋਧਨੀ ਮਤਲਬ ਕਿ ਕਿਸ ਪਰਸਨ ਨੂੰ, ਕਿਸ ਬੰਦੇ ਨੂੰ, ਕਿਸ ਅਫਸਰ ਨੂੰ ਜਿਹੜਾ ਵਾ ਉਹ ਸੰਬੋਧਨ ਕੀਤਾ ਜਾ ਰਿਹਾ ਹੈ। ਤੀਸਰਾ ਆਉਂਦਾ ਹੈ ਵਿਸ਼ਾ ਵਸਤੂ। ਵਿਸ਼ਾ ਵਸਤੂ ਦਾ ਮਤਲਬ ਇਹ ਹੁੰਦਾ ਹੈ ਕਿ ਅਸੀਂ ਕੀ ਲਿਖ ਰਹੇ ਹਾਂ, ਕਿਸ ਵਿਸ਼ੇ ਨੂੰ ਲੈ ਕੇ ਲਿਖ ਰਹੇ ਹਾਂ, ਕਿਸ ਬਾਰੇ ਲਿਖ ਰਹੇ ਹਾਂ। ਤੇ ਅੰਤਲੇ ਸ਼ਬਦ, ਜਿਹਦੇ ਵਿੱਚ ਅਸੀਂ ਆਖਿਰ ਦੇ ਵਿੱਚ ਜਿਸ ਰਿਸ਼ਤੇ, ਜਿਸ ਮਿੱਤਰ ਆਦਿ ਨੂੰ ਲਿਖ ਰਹੇ ਹਾਂ ਉਹਦੇ ਲਈ ਜਿਹੜੇ ਸਤਿਕਾਰਤ ਸ਼ਬਦ ਨੇ ਉਹ ਇਸਤੇਮਾਲ ਕਰਦੇ ਹਾਂ। ਹੁਣ ਪੱਤਰ ਲਿਖਣ ਦੇ ਲਈ ਬਹੁਤ ਸਾਰੀਆਂ ਗੱਲਾਂ ਨੇ ਜਿਨ੍ਹਾਂ ਨੂੰ ਧਿਆਨ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ। ਪਹਿਲਾ ਹੈ ਕਿ ਸਿੰਪਲ ਸ਼ਬਦਾਵਲੀ, ਸਰਲ ਭਾਸ਼ਾ ਦੀ ਵਰਤੋਂ ਕੀਤੀ ਜਾਵੇ। ਇਸ ਦੀ ਸ਼ੁਰੂਆਤ ਜਿਹੜੀ ਚੁਸਤੀ ਨਾਲ ਕੀਤੀ ਜਾਵੇ, ਬਹੁਤੀ ਗੱਲ ਨੂੰ ਲਮਕਾਇਆ ਨਾ ਜਾਵੇ। ਤੁਹਾਡੇ ਲਿਖਣ ਦੇ ਵਿੱਚ ਜਿਹੜੇ ਸ਼ਬਦ ਜੋੜਨੇ ਗਲਤ ਨਾ ਹੋਣ, ਬਿਲਕੁਲ ਸੋਹਣੀ ਲਿਖਾਈ ਦੇ ਵਿੱਚ ਸਾਫ਼ ਸੁਥਰਾ ਲਿਖਿਆ ਜਾਵੇ। ਅਲੱਗ-ਅਲੱਗ ਭਾਵਾਂ ਨੂੰ ਪੈਰਿਆਂ ਵਿੱਚ ਵੰਡਿਆ ਜਾਵੇ ਤੇ ਵਿਸ਼ਰਾਮ ਚਿੰਨ੍ਹਾਂ ਦਾ ਸਹੀ ਇਸਤੇਮਾਲ ਕੀਤਾ ਜਾਵੇ। ਸਤਿਕਾਰ ਭਰੇ ਸ਼ਬਦ ਇਸਤੇਮਾਲ ਕੀਤੇ ਜਾਣ। ਅਤੇ ਬੇਟਾ ਸਭ ਤੋਂ ਜ਼ਰੂਰੀ ਗੱਲ ਕਿ ਪੱਤਰ ਨਾ ਤਾਂ ਬਹੁਤਾ ਵੱਡਾ ਹੋਵੇ ਤੇ ਨਾ ਹੀ ਬਹੁਤਾ ਛੋਟਾ। ਮੈਂ ਤੁਹਾਨੂੰ ਇਸ ਸੰਬੰਧੀ ਇੱਕ ਉਦਾਹਰਣ ਦੇਣ ਜਾ ਰਹੀ ਹਾਂ। ਮੰਨ ਲਓ ਕਿ ਤੁਸੀਂ ਆਪਣੇ ਕਿਸੇ ਮਿੱਤਰ ਨੂੰ ਵਧਾਈ ਪੱਤਰ ਲਿਖਣਾ ਹੈ ਤਾਂ ਤੁਸੀਂ ਇਹ ਪੱਤਰ ਕਿਵੇਂ ਲਿਖੋਗੇ। ਸੋ ਇਹ ਸਾਰੇ ਜਿਹੜੇ ਮੈਂ ਤੁਹਾਨੂੰ ਪਹਿਲਾਂ ਪੁਆਇੰਟਸ ਦੱਸੇ ਨੇ ਉਹ ਤੁਸੀਂ ਧਿਆਨ ਨਾਲ ਸੁਣਨੇ ਹਨ। ਜਿਵੇਂ ਆ ਸਾਡੇ ਆ ਗਏ ਆਰੰਭਕ ਸ਼ਬਦ, ਪ੍ਰੀਖਿਆ, ਭਵਨ, ਸ਼ਹਿਰ, ਮਿਤੀ।
ਹੁਣ ਮਿੱਤਰ ਨੂੰ ਲਿਖਣਾ ਹੈ ਤਾਂ ਇਹ ਸਾਡੇ ਸੰਬੋਧਨੀ ਸ਼ਬਦ ਕਿਸ ਨੂੰ ਸੰਬੋਧਨ ਕੀਤਾ ਜਾ ਰਿਹਾ ਹੈ, ਮੇਰੇ ਪਿਆਰੇ ਮਿੱਤਰ। ਤੁਸੀਂ ਸਤਿ ਸ਼੍ਰੀ ਅਕਾਲ, ਮਿੱਠੀਆਂ ਯਾਦਾਂ, ਨਮਸਤੇ ਇਹ ਸ਼ਬਦ ਵੀ ਇਸਤੇਮਾਲ ਕਰ ਸਕਦੇ ਹੋ। ਫਿਰ ਆ ਗਿਆ ਵਿਸ਼ਾ ਵਸਤੂ। ਵਿਸ਼ਾ ਵਸਤੂ ਦੇ ਵਿੱਚ ਅਸੀਂ ਸਾਰਾ ਜਿਹੜਾ ਵਿਸ਼ਾ ਹੈ ਉਹਨੂੰ ਲੈ ਕੇ ਲਿਖਾਂਗੇ, ਪਰ ਧਿਆਨ ਰੱਖਾਂਗੇ ਕਿ ਉਸ ਦੀ ਸ਼ੁਰੂਆਤ ਤੇ ਉਸ ਦਾ ਅੰਤ ਜਿਹੜਾ ਕਿਸ ਤਰ੍ਹਾਂ ਕਰਨਾ ਹੈ। ਜਿਵੇਂ ਪਾਸ ਹੋਣ ਬਾਰੇ ਹੈ ਤਾਂ ਇਹ ਸਾਰਾ ਜਿਹੜਾ ਅਸੀਂ ਇਸ ਤਰੀਕੇ ਦੇ ਨਾਲ ਲਿਖਾਂਗੇ। ਹੁਣ ਆ ਗਿਆ ਕਿ ਇਹਦਾ ਅੰਤ ਕਿਸ ਤਰ੍ਹਾਂ ਕਰਨਾ ਹੈ। ਜਿਸ ਇਨਸਾਨ ਨੂੰ, ਜਿਸ ਪਰਸਨ ਨੂੰ ਅਸੀਂ ਪੱਤਰ ਲਿਖੀ ਹੈ, ਮਿੱਤਰ ਨੂੰ ਲਿਖੀ ਹੈ, ਤਾਂ ਆਖਿਰ ਦੇ ਵਿੱਚ ਅਸੀਂ ਆਪਣੇ ਵੱਲੋਂ ਲਿਖਾਂਗੇ ਤੇਰਾ ਪਿਆਰਾ ਮਿੱਤਰ। ਪਰ ਬੱਚਿਓ ਯਾਦ ਰੱਖੋ, ਅਸੀਂ ਆਪਣਾ ਨਾਮ ਨਹੀਂ ਲਿਖਣਾ। ਨਾਮ ਦੀ ਜਗ੍ਹਾ ਤੇ ਅਸੀਂ ਊੜਾ ਡਾਟ ਐੜਾ ਡਾਟ ਈੜੀ ਡਾਟ ਪੂਰਨ ਵਿਰਾਮ ਜਿਹੜਾ ਆ ਉਹ ਲਗਾਉਣਾ ਹੈ। ਪਰ ਇੱਕ ਚੀਜ਼ ਦਾ ਖਾਸ ਧਿਆਨ ਰੱਖਣਾ ਹੈ ਕਿ ਕੌਮਾ, ਡੰਡੀ, ਇਹ ਜਿੰਨੇ ਵੀ ਵਿਸਰਾਮ ਚਿੰਨ੍ਹ ਨੇ ਇਹਨਾਂ ਦੀ ਬਿਲਕੁਲ ਸਹੀ ਵਰਤੋਂ ਕਰਨੀ ਹੈ, ਤਾਂ ਹੀ ਤੁਹਾਡਾ ਪੱਤਰ ਜਿਹੜਾ ਆ ਉਹ ਸਹੀ ਤਰੀਕੇ ਦੇ ਨਾਲ ਲਿਖਿਆ ਜਾਵੇਗਾ। ਇੱਕ ਹੋਰ ਉਦਾਹਰਨ ਜਿਹੜੀ ਹੈ ਉਹ ਤੁਹਾਨੂੰ ਇੱਥੇ ਦਿੱਤੀ ਗਈ ਹੈ ਕਿ ਇੱਕ ਚਿੱਠੀ ਦੁਆਰਾ ਆਪਣੇ ਮਿੱਤਰ ਨੂੰ ਗਰਮੀਆਂ ਦੀਆਂ ਛੁੱਟੀਆਂ ਇਕੱਠੇ ਬਿਤਾਉਣ ਲਈ ਪੱਤਰ ਲਿਖੋ। ਸੋ ਪਿਆਰੇ ਬੱਚਿਓ, ਇਸ ਦੇ ਵਿੱਚ ਅਸੀਂ ਐਟੀਕੇਟ ਵਾਲਾ ਹਿੱਸਾ ਜਿਹੜਾ ਆ ਇਹ ਨਹੀਂ ਲਿਖਣਾ, ਔਰ ਇਹ ਪੂਰਾ ਪੱਤਰ ਜਿਹੜਾ ਬਾਕੀ ਹੈ ਉਹ ਇੱਥੇ ਅਸੀਂ ਇਸ ਤਰੀਕੇ ਦੇ ਨਾਲ ਲਿਖ ਦੇਣਾ ਹੈ। ਧੰਨਵਾਦ। ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਪੱਤਰ, ਇਸ ਦਾ ਢਾਂਚਾ, ਇਸ ਦੀਆਂ ਹਦਾਇਤਾਂ ਸਾਰੀਆਂ ਸਮਝ ਆ ਗਈਆਂ ਹੋਣਗੀਆਂ ਤੇ ਹੁਣ ਤੁਸੀਂ ਕਿਸੇ ਵੀ ਵਿਸ਼ੇ ਨੂੰ ਲੈ ਕੇ ਇੱਕ ਪੱਤਰ ਜਿਹੜਾ ਆ ਉਹ ਆਪਣੇ ਰਿਸ਼ਤੇਦਾਰਾਂ, ਭੈਣ ਭਰਾਵਾਂ, ਦੋਸਤਾਂ, ਮਿੱਤਰਾਂ ਆਦਿ ਨੂੰ ਲਿਖ ਸਕੋਗੇ।